देश दुनिया च वसदे पंजाबियां नूं खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने इंडियन एक्सप्रैस तो सीनियर जर्नलिस्ट जगतार सिंह जी। मैं स्वागत करदा हां सरदार साहब तुहाडा। थैंक यू जी। पंजाब दे विच सिख सियासत अहम स्थान रखदी है और जदों अचनचेत सरगर्मी वध जे तां नज़र टिक जांदी है जाके। श्रोमणी गुरुद्वारा प्रबंधक कमेटी दे अजलास, जनरल अजलास आम तौर ते साल च 2 वारी हुंदे। एक वारी प्रधान जदों चुणना हुंदा ते दूजी वारी बजट समागम हुंदा, बजट अजलास उहनूं कहंदे आ। हुण प्रधान साहब ने अजलास सੱਦ लिया 2 तरीक वाले दिन ते मामला है बंदी सिखां दा। उधरले बन्ने SIT सम्मन करी जांदियां सुखबीर सिंह बादल नूं। केंद्र कोई पिड़ पल्ला नहीं फड़ाउंदा, किसी पत्र दा जवाब नहीं दिंदा, कोई मीटिंग दा समा नहीं दे रिहा ते ऐसी स्थिति दे विच सिख सियासत किस पासे ਵਧੂਗੀ। ਮੈਨੂੰ ਸਰਦਾਰ ਸਾਹਿਬ ਇਹ ਜ਼ਰੂਰ ਦੱਸਿਓ, ਇੱਕ ਤਾਂ ਅਜਲਾਸ ਵਾਲਾ ਮਾਮਲਾ ਥੋੜਾ ਜਿਹਾ ਅੱਗੇ ਸਰਕਾ ਕੇ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਸਾਰੇ ਬੱਚੇ ਨੂੰ ਪਤਾ ਸੀ ਕਿ SIT ਨੇ ਉਹਨਾਂ ਨੂੰ ਸੰਮਨ ਕੀਤਾ 30 ਤਰੀਕ ਨੂੰ, ਤੇ ਜੇ ਉਹ ਸੰਮਨ ਉਡੀਕੇ ਬਿਨਾ ਆਪ ਜਾਂਦੇ, ਜਿਵੇਂ ਤੁਸੀਂ ਮੈਨੂੰ ਗੈਰ ਰਸਮੀ ਗੱਲਬਾਤ ਚ ਕਹਿ ਰਹੇ ਸੀਗੇ, ਤਾਂ ਇਹ ਮੂਵ ਸ਼ਾਇਦ ਪੋਲੀਟੀਕਲੀ ਅਕਾਲੀ ਦਲ ਨੂੰ ਜ਼ਿਆਦਾ ਵਾਰਾ ਖਾਂਦੀ। ਕੀ ਕਹਿੰਦੇ ਹੋ? ਮੈਨੂੰ ਬੜੀ ਹੈਰਾਨੀ ਹੋਈ ਜਦੋਂ ਇਹ ਬਹਾਨਾ ਸਾਹਮਣੇ ਨਜ਼ਰ ਆਇਆ ਸੁਖਬੀਰ ਜੀ ਦਾ ਕਿ ਮੈਨੂੰ ਸੰਮਨ ਨਹੀਂ ਮਿਲੇ, ਤੇ ਇਹ ਇਹਨਾਂ ਦੀ ਵੀਡੀਓ ਸਡਨਲੀ ਸਰਫੇਸ ਹੋਈ ਸੋਸ਼ਲ ਮੀਡੀਆ ਤੇ। ਇਹ ਜੀਰੇ ਕੋਰਟ ਦੇ ਵਿੱਚ ਗਏ ਸੀ, ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਮੇਰੇ ਖਿਆਲ ਦੇ ਵਿੱਚ ਜਿਹੜੀ ਮੈਚੁਰ ਲੀਡਰਸ਼ਿਪ ਹੁੰਦੀ ਹੈ ਉਹ ਇਹੋ ਜਿਹੀ ਸਿਚੁਏਸ਼ਨ ਨੂੰ ਇਵੇਡ ਨਹੀਂ ਕਰਦੀ ਹੁੰਦੀ। ਜੀਰੇ ਤਾਂ ਜਦੋਂ ਮਰਜ਼ੀ ਇਹ ਪੋਸਟਪੋਨ ਕਰਵਾ ਲੈਂਦੇ, ਤਾਂ ਇੱਕ ਨਾਰਮਲ ਜੀ ਪੇਸ਼ੀ ਸੀ, ਉਹਦਾ ਇਹਨਾਂ ਦੀ ਸਿਆਸਤ ਨਾਲ ਕੋਈ ਬਹੁਤਾ ਸੰਬੰਧ ਹੈ ਨਹੀਂ, ਬਿਲਕੁਲ ਹੀ ਨਹੀਂ। ਰਾਦਰ ਇੱਕ ਸਧਾਰਨ ਕੇਸ ਹੈ ਸੜਕ ਬਲਾਕ ਕਰਨ ਦਾ। ਇਹਨਾਂ ਤੇ ਹੋਰ ਇਹੋ ਜਿਹੇ ਕੇਸ ਤਾਂ ਨਾਰਮਲ ਪੋਲੀਟਿਕਸ਼ਨ ਤੇ ਚੱਲਦੇ ਰਹਿੰਦੇ ਆ, ਐਡੀ ਕਿਹੜੀ ਗਲਤੀ ਉਹਦੇ ਚ ਪੇਸ਼ ਹੋਣ ਦੀ ਜੀ। ਇਹਨਾਂ ਨੇ ਬਹਾਨਾ ਲਾਇਆ ਕਿ ਮੈਨੂੰ ਸਮਝ ਨਹੀਂ ਮਿਲੇ, ਤੇ ਮੈਂ ਕਿਉਂਕਿ ਮੈਂ ਵਿਦੇਸ਼ਾਂ 'ਚ ਸੀ ਤੇ ਇਸ ਕਰਕੇ ਉਹ ਤਾਮੀਲ ਨਹੀਂ ਹੋਏ, ਲੇਕਿਨ ਜੋ ਕੁਛ ਅਖਬਾਰਾਂ ਦੇ ਵਿੱਚ ਛਪਿਆ, ਸਮਨ ਲੈ ਕੇ ਗਏ ਤੇ ਉਹ ਕਿਸੇ ਨੇ ਰਿਸੀਵ ਨਹੀਂ ਕੀਤੇ। ਚਲੋ ਉਹ ਟੈਕਨੀਕਲ ਇਸ਼ੂ ਹੈ, ਆਪਾਂ ਉਹਦੇ 'ਚ ਨਹੀਂ ਪੈਂਦੇ। ਮੈਂ ਸਿਰਫ ਇਹਦੀ ਜਿਹੜੀ ਸਿਆਸੀ ਆਸਪੈਕਟ ਹੈ ਇਹਨਾਂ ਦੀ ਇਸ ਚਾਲ ਦਾ, ਮੈਂ ਉਹਦੀ ਗੱਲ ਕਰੂੰਗਾ। ਜੇ ਸੁਖਬੀਰ ਸਿੰਘ ਬਾਦਲ ਕੱਲ ਆ ਜਾਂਦੇ, ਪੇਸ਼ ਹੋ ਜਾਂਦੇ SIT ਦੇ ਸਾਹਮਣੇ, ਤੇ ਨਾਲ ਆ ਕੇ ਪੇਸ਼ ਹੋਣ ਤੋਂ ਪਹਿਲਾਂ ਜਰਨਲਿਸਟ ਨਾਰਮਲ ਹੁੰਦਾ ਹੀ ਹੈ, ਕਹਿ ਦਿੰਦੇ ਕਿ ਭਾਈ ਮੈਂ ਸੋਸ਼ਲ ਮੀਡੀਆ ਦੇ ਸੰਬੰਧ ਦੇਖ ਕੇ ਤੇ ਮੈਂ ਆਪ ਹੀ ਆ ਗਿਆ ਜੀ, ਕਿਉਂਕਿ ਇਹ ਮਸਲਾ ਸਿੱਖ ਪੰਥ ਦੇ ਨਾਲ ਸੰਬੰਧਿਤ ਹੈ ਤੇ ਇਹਦਾ ਨਿਪਟਾਰਾ ਹੋਣਾ ਚਾਹੀਦਾ, ਤੇ ਮੈਂ ਪੂਰੀ ਤਰ੍ਹਾਂ ਇਹਦੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਹੈ। ਤੇ ਸ਼ਾਇਦ ਇਹ ਸਿਆਸੀ ਮੂਵ ਇਹਨਾਂ ਦੇ ਰਾਸ ਆ ਜਾਂਦੀ। ਹੁਣ ਇੰਪ੍ਰੈਸ਼ਨ ਇਹ ਗਿਆ ਕਿ ਇਹ ਡਰ ਰਹੇ ਹੈ ਕਿਸੇ ਗੱਲ ਤੋਂ ਤੇ ਪੇਸ਼ ਨਹੀਂ ਹੋਣਾ ਚਾਹੁੰਦੇ। SIT ਨੇ ਆਪਣੀ ਕਾਰਵਾਈ ਪਹਿਲਾਂ ਪੂਰੀ ਕਰਨੀ ਹੈ, ਇਹਨਾਂ ਤੋਂ ਕੁਐਸਚਨਿੰਗ ਕਰਨੀ ਹੈ, ਬਾਕੀ ਸਮੇਤ ਸੈਣੀ ਤੋਂ ਕੁਐਸਚਨਿੰਗ ਹੋ ਚੁੱਕੀ ਹੈ, ਉਸ ਤੋਂ ਬਾਅਦ ਅਗਲੀ ਮੂਵ ਹੋਏਗੀ। ਮਸਲਾ ਪੰਥਿਕ ਹੈ। ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਹੁਣ ਵਾਪਸ ਪੰਥ ਵੱਲ ਮੁੜਨ ਦੀ ਕੋਸ਼ਿਸ਼ ਕਰ ਰਹੇ, ਰਾਦਰ ਪੂਰਾ ਜ਼ੋਰ ਲਾ ਰਹੇ ਜੀ। ਤੇ ਦੂਸਰੇ ਪਾਸੇ ਜਿਹੜੇ ਪੰਥ ਦਾ ਸਭ ਤੋਂ ਵੱਡਾ ਮਸਲਾ ਹੈ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ, ਉਹ ਤਾਂ ਭੱਜ ਰਹੇ ਆ। ਜਦ ਤੱਕ ਰੰਧਾਵਾ ਜੀ ਬਰਗਾੜੀ ਦਾ ਮਸਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਨਹੀਂ ਹੁੰਦਾ। ਇਹ ਇੱਕ ਆਸਪੈਕਟ ਹੈ। ਜੇ ਰਿਵਾਈਵ ਕਰਨਾ ਹੈ ਤੇ ਇਹ ਲੀਡਰਸ਼ਿਪ ਜਿਹੜੇ ਉਸ ਵੇਲੇ ਪਾਵਰ ਦੇ ਵਿੱਚ ਸੀ, ਇਹ ਜਦੋਂ ਸਾਰਾ ਘਟਨਾਕ੍ਰਮ ਵਾਪਰਿਆ, ਇਹ ਜਾਂਚ ਦੇ ਵਿੱਚ ਆਪਣੇ ਸਹਿਯੋਗ ਦੇਣ। ਜੇ ਇਨੋਸੈਂਟ ਹੋਣਗੇ ਤੇ ਜਿਵੇਂ ਪਹਿਲਾਂ ਕਰਪਸ਼ਨ ਕੇਸ ਚੋਂ ਇਹ ਬਰੀ ਹੋਇਆ ਪਰਿਵਾਰ, ਤੇ ਇਹਦੇ ਵਿੱਚੋਂ ਵੀ ਬਰੀ ਹੋ ਜਾਣਗੇ। ਸੋ ਘੱਟੋ ਘੱਟ ਇਹ ਇੰਪ੍ਰੈਸ਼ਨ ਨਾ ਦੇਣ ਕਿ ਇਹ ਡਰਦੇ ਹੈ ਤੇ ਜਾਂਚ ਨੂੰ ਸਹਿਯੋਗ ਨਹੀਂ ਦੇ ਰਹੇ, ਕਿਉਂਕਿ ਪਹਿਲਾਂ ਵੀ ਕੁਐਸਚਨਿੰਗ ਹੋ ਚੁੱਕੀ ਹੈ ਇਹਨਾਂ ਦੀ, ਤੇ ਹੁਣ ਪ੍ਰੈਸ਼ਰ ਚਾਰੇ ਪਾਸਿਓਂ ਵਧਿਆ ਹੋਇਆ ਹੈ ਇਸ ਕੇਸ ਨੂੰ ਸਿਰੇ ਲਾਉਣ ਦਾ। ਬਰਗਾੜੀ ਲਗਾਤਾਰ ਧਰਨਾ ਚੱਲ ਰਿਹਾ ਹੈ। ਇਸ਼ੂ ਇਹ ਨਹੀਂ ਹੈ ਕਿ ਉੱਥੇ ਲੋਕ ਕਿੰਨੇ ਜੁਆਇਨ ਕਰਦੇ ਹੈ, ਇਸ਼ੂ ਇਹ ਹੈ ਕਿ ਇਹ ਮਸਲਾ ਜਿਉਂ ਨਾ ਤਿਉਂ ਖੜਾ ਹੈ ਤੇ ਮਸਲਾ ਪੰਥ ਦਾ ਹੈ। ਸੋ ਮੇਰੇ ਖਿਆਲ ਦੇ ਵਿੱਚ
ਇਹਨਾਂ ਨੂੰ ਖੁਦ ਹੀ ਪੇਸ਼ ਹੋ ਕੇ ਇਸ ਗੱਲ ਨੂੰ ਅੱਗੇ ਤੋਰਨਾ ਚਾਹੀਦਾ ਸੀ। ਸਰਕਾਰ ਨੂੰ ਤਾਂ ਇਸ ਪ੍ਰੈਸ਼ਰ ਚੋਂ ਲੰਘਣਾ ਪੈਣਾ ਔਰ ਬਾਰ-ਬਾਰ ਲੰਘਣਾ ਪੈਣਾ। ਇੱਥੇ ਇਹਨਾਂ ਨੇ ਆਪਣੀ ਜਿਹੜੀ ਏਜੀ ਦਫ਼ਤਰ ਦੀ ਟੀਮ ਵੀ ਭੇਜੀ ਪਹਿਲਾਂ, ਉਸ ਤੋਂ ਬਾਅਦ ਇਹਨਾਂ ਨੇ ਪੋਲੀਟੀਕਲ ਮੂਵ ਵੀ, ਉਹਦੇ 'ਚ ਕੁਲਤਾਰ ਸੰਧਵਾ ਤੇ ਹਰਜੋਤ ਬੈਂਸ ਵੀ ਭੇਜੇ। ਬਰਗਾੜੀ ਦੇ ਮੋਰਚੇ ਨੇ ਸਰਕਾਰ ਨੂੰ ਮੁਸ਼ਕਲ 'ਚ ਪਾਇਆ ਹੋਇਆ, ਔਰ ਜੇਕਰ ਇਹ ਵੀ ਕੁਝ ਮਹੀਨਿਆਂ ਤੱਕ ਉਵੇਂ ਹੀ ਨਜ਼ਰ ਆਉਣਗੇ, ਅਸਫਲ ਰਹਿਣਗੇ, ਤਾਂ ਲੋਕਾਂ ਨੇ ਇਹਨਾਂ ਨੂੰ ਉਸੇ ਕੈਟਾਗਰੀ 'ਚ ਰੱਖ ਲੈਣਾ। ਇਸ ਐਸਆਈਟੀਸ ਨੂੰ ਤਾਂ ਆਪਣੇ ਚਲਾਨ ਪੇਸ਼ ਕਰਨੇ ਪੈਣੇ ਆ ਜੀ। ਔਰ ਤੁਹਾਨੂੰ ਮੈਂ ਇਹ, ਕਿਉਂਕਿ ਮੈਨੂੰ ਇੰਝ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਐਸਆਈਟੀਸ ਦੇ ਉੱਤੇ ਹਾਈ ਕੋਰਟ ਦਾ ਵੀ ਪ੍ਰੈਸ਼ਰ ਹੈ ਕਿ ਤੁਸੀਂ ਇਹਨੂੰ ਕਿਸੇ ਪਾਸੇ ਲਾਓ, ਤੇ ਲੋਕਾਂ ਦਾ ਪ੍ਰੈਸ਼ਰ ਤੇ ਹੈਗਾ ਹੀ ਆ। ਇਸੇ ਹੀ ਸਮੇਂ ਦੇ ਵਿੱਚ ਬੰਦੀ ਸਿੱਖਾਂ ਦਾ ਮਾਮਲਾ ਆਣ ਕੇ ਖੜਾ ਹੋ ਗਿਆ। ਇਹ ਦੋ ਮਾਮਲੇ ਇਕੱਠੇ ਨੇ, ਇੱਕ ਪਾਸੇ ਤਾਂ ਬੇਅਦਬੀ ਮਾਮਲੇ ਐਡਰੈਸ ਨਹੀਂ ਹੋ ਰਹੇ ਅਜੇ ਤੱਕ, ਤੇ ਦੂਜੇ ਬੰਨੇ ਸ਼੍ਰੋਮਣੀ ਕਮੇਟੀ ਆਪਣਾ ਜਨਰਲ ਇਜਲਾਸ ਸੱਦ ਲੈਂਦੀ ਹੈ। ਇਹੀ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਪਹਿਲਾਂ ਕਮੇਟੀ ਬਣਾਈ ਸੀ 11 ਮੈਂਬਰੀ, ਜਿਹਦੇ ਵਿੱਚ ਪਹਿਲੇ ਹੀ ਦਿਨ ਪਹਿਲੀ ਮੀਟਿੰਗ ਤੋਂ ਬਾਅਦ 3-4 ਧਿਰਾਂ ਵੱਖਰੀਆਂ ਹੋ ਗਈਆਂ। ਬਾਅਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨਾਲ ਵਿਗਾੜ ਵੀ ਪੈਦਾ ਹੋ ਗਿਆ। ਹੁਣ ਜਨਰਲ ਇਜਲਾਸ ਦੇ ਵਿੱਚ ਸ਼੍ਰੋਮਣੀ ਕਮੇਟੀ ਐਕਚੁਅਲੀ ਕੀ ਸਕਦੀ ਹੈ ਜੀ? ਸ਼੍ਰੋਮਣੀ ਕਮੇਟੀ ਦੇ ਇਜਲਾਸ ਦੀ ਅਹਿਮੀਅਤ ਜਾਂ ਪੋਲੀਟੀਕਲੀ ਇਹਦਾ ਪ੍ਰੈਸ਼ਰ ਮੈਨੂੰ ਜ਼ਰੂਰ ਦੱਸਿਓ, ਕਿਉਂਕਿ ਇਤਿਹਾਸ ਦੇ ਵਿੱਚ ਬੜੇ ਮੌਕੇ ਨੇ ਜਦੋਂ ਇਸ ਤਰ੍ਹਾਂ ਦੇ ਪੰਥਕ ਇਕੱਠ ਹੁੰਦੇ ਆ, ਕਿਉਂਕਿ ਉਦੋਂ ਮੰਨਿਆ ਹੀ ਇਹ ਜਾਂਦਾ ਸੀ ਕਿ ਸ਼੍ਰੋਮਣੀ ਕਮੇਟੀ 'ਚ ਚੁਣ ਕੇ ਆਏ ਲੋਕ ਅਸਲ ਪੰਥਕ ਨੇ, ਇਹੀ ਧਾਰਮਿਕ ਔਰ ਇਹੀ ਸਿੱਖਾਂ ਦੇ ਨੁਮਾਇੰਦੇ ਨੇ। ਸੋ ਮੈਨੂੰ ਇਹਨੂੰ ਦੱਸਿਓ ਕਿ ਇਹਦੇ ਅਰਥ ਕੀ ਰਹਿਣਗੇ, ਇਹ ਸਿਆਸਤ ਨੂੰ ਕਿਵੇਂ ਇਹ ਪ੍ਰਭਾਸ਼ਿਤ ਕਿਵੇਂ ਕਰੇਗੀ ਇਹ ਚੀਜ਼? ਮੈਂ ਛੋਟੀ ਜੀ ਗੱਲ ਕਰਕੇ ਬਰਗਾੜੀ ਬਾਰੇ ਐਸਜੀਪੀਸੀ ਵੱਲੋਂ ਹਾਈ ਕੋਰਟ ਨੇ ਜਦੋਂ ਸਿੱਟ ਨਵੀਂ ਬਣਾਈ ਸੀ, ਉਹਨੇ ਇਹਨੂੰ ਸਮਾਬੱਧ ਕੀਤਾ ਸੀ ਬਈ ਇੰਨੇ ਮਹੀਨਿਆਂ ਦੇ ਵਿੱਚ ਇਹ ਇਨਕੁਆਇਰੀ ਪੂਰੀ ਹੋਣੀ ਚਾਹੀਦੀ ਹੈ। ਉਹ ਟਾਈਮ ਬਹੁਤ ਦੇਰ ਦਾ ਨਿਕਲ ਚੁੱਕਿਆ ਹੈ। ਬਿਲਕੁਲ। ਸੋ ਸਰਕਾਰ ਤੇ ਪ੍ਰੈਸ਼ਰ ਦੋ ਪਾਸਿਓਂ ਹੈ। ਇੱਕ ਤਾਂ ਪਬਲਿਕ ਦਾ ਹੈ, ਬਰਗਾੜੀ ਮੋਰਚੇ ਦਾ ਪ੍ਰੈਸ਼ਰ ਹੈ। ਦੂਸਰਾ ਹਾਈ ਕੋਰਟ ਦੇ ਵੱਲੋਂ ਜਿਹੜੀ ਡੈਡਲਾਈਨ ਫਿਕਸ ਕੀਤੀ ਸੀ ਉਹ ਪੂਰੀ ਹੋ ਚੁੱਕੀ। ਤੀਜੀ ਗੱਲ, ਜੇ ਆਪਾਂ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦੀਆਂ ਸਟੇਟਮੈਂਟਸ ਦੁਬਾਰਾ ਸੁਣੀਏ ਤੇ ਉਹ ਕਹਿੰਦੇ ਵੀ ਇਹਦਾ ਮਸਲਾ ਹੀ ਕੁਝ ਨਹੀਂ ਪਤਾ ਵੀ ਗੁਨਾਹਗਾਰ ਕੌਣ ਹੈਗੇ, ਅਸੀਂ ਆਉਣ ਸਾਰੀ ਇਹਨਾਂ ਨੂੰ ਅੰਦਰ ਕਰ ਦਿਆਂਗੇ। ਸੋ ਭਗਵੰਤ ਮਾਨ ਦੀ ਸਰਕਾਰ ਦਾ ਇਹ ਬਹੁਤ ਵੱਡਾ ਟੈਸਟ ਹੈ। ਬਰਗਾੜੀ ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ਦੋਵਾਂ ਨੂੰ ਖਾ ਚੁੱਕੀ ਹੈ, ਤੇ ਇਹ ਮਸਲਾ ਐਡਾ ਸਿੰਪਲ ਨਹੀਂ ਹੈ। ਸੋ ਇਹਦਾ ਹੱਲ ਕਰਨਾ ਪੈਣਾ ਹੈ। ਹੁਣ ਆ ਜੀ ਆਪਾਂ ਨਾਲ ਹੀ ਐਸਜੀਪੀਸੀ ਦੇ, ਐਸਜੀਪੀਸੀ ਨੇ ਸਪੈਸ਼ਲ ਸੈਸ਼ਨ ਬੁਲਾਇਆ। ਸਪੈਸ਼ਲ ਸੈਸ਼ਨ ਆਮ ਹਾਲਤਾਂ ਦੇ ਵਿੱਚ ਕਦੇ ਨਹੀਂ ਬੁਲਾਇਆ ਜਾਂਦਾ। ਦੋ ਪੱਕੇ ਹੁੰਦੇ ਆ, ਇੱਕ ਬਜਟ ਸੈਸ਼ਨ ਹੁੰਦਾ, ਇੱਕ ਪ੍ਰਧਾਨ ਦੀ ਇਲੈਕਸ਼ਨ ਹੁੰਦੀ ਹੈ। ਜਾਂ ਜਦੋਂ ਕਦੇ ਅਕਾਲੀ ਦਲ ਨੇ ਮੋਰਚੇ ਲਾਏ ਉਦੋਂ ਸੈਸ਼ਨ ਹੋਏ, ਜਾਂ ਕਿਤੇ ਸ਼ਤਾਬਦੀਆਂ ਆ ਗਈਆਂ ਉਹਨਾਂ ਦਾ ਪ੍ਰੋਗਰਾਮ ਉਲੀਕਣ ਵਾਸਤੇ ਇਹ ਮੋਰਚੇ ਆਪਣੇ ਸਪੈਸ਼ਲ ਸੈਸ਼ਨ ਸਮਨ ਕੀਤੇ ਜਾਂਦੇ ਰਹੇ। ਹੁਣ ਬੰਦੇ ਸਿੰਘਾਂ ਦੀ ਰਿਹਾਈ ਵਾਸਤੇ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ ਹੈ। ਤੇ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਸਾਹਮਣੇ ਆਈ, ਉਹ ਕਹਿੰਦੇ ਵੀ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਦੇ ਦਸਖਤ ਕਰਾਉਣੇ ਆ, ਇਹ ਮੁਹਿੰਮ ਲਾਂਚ ਕਰਨੀ ਹੈ। ਤੇ ਮੁਹਿੰਮ ਲਾਂਚ ਕਰਨਗੇ ਐਸਜੀਪੀਸੀ ਦੇ ਮੈਂਬਰ ਤੇ ਐਸਜੀਪੀਸੀ ਦਾ ਸਟਾਫ ਵੀ ਸ਼ੁਰੂ ਤੋਂ ਐਸਜੀਪੀਸੀ ਦਾ, ਜਦੋਂ ਤੋਂ ਐਸਜੀਪੀਸੀ ਬਣੀ ਹੈ ਇਹਨਾਂ ਮੁਹਿੰਮਾਂ ਦੇ ਵਿੱਚ ਸ਼ਾਮਲ ਹੁੰਦਾ ਰਿਹਾ। ਕੋਈ ਨਵੀਂ ਗੱਲ ਨਹੀਂ ਹੋਏਗੀ ਜੀ। ਅਰੈਸਟ ਵੀ ਦਿੰਦੇ ਰਹੇ। ਹੁਣ ਇਸ਼ੂ ਇਹ ਹੈ ਕਿ ਬੰਦੀ ਸਿੰਘ ਕਰੋ ਤੋਂ ਇਹ ਮਸਲਾ ਉੱਠਿਆ ਹੋਇਆ ਹੈ, ਤੇ ਸਡਨਲੀ ਐਸਜੀਪੀਸੀ ਜਾਂ ਅਕਾਲੀ ਦਲ ਇਹਨਾਂ ਨੂੰ ਕਿੱਥੋਂ ਇਹ ਸੁੱਤੇ ਪਿਆ ਨੂੰ ਜਾਗ ਆ ਗਈ? ਸੁੱਤੇ ਪਿਆ ਨੂੰ ਮੈਂ ਤਾਂ ਕਹਿਣਾ ਕਿ ਕਿਸੇ ਵੇਲੇ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਗੁਰਦੁਆਰਾ ਅੰਬ ਸਾਹਿਬ ਭੁੱਖ ਹੜਤਾਲ ਰੱਖੀ ਸੀ। ਬਿਲਕੁਲ। ਸਰਕਾਰ ਉਦੋਂ ਅਕਾਲੀ ਦਲ ਦੀ ਸੀ। ਲੁਧਿਆਣੇ ਦੇ ਵਿੱਚ ਬਾਬਾ ਸੂਰਜ ਸਿੰਘ ਉਹਨਾਂ ਨੇ ਭੁੱਖ ਹੜਤਾਲ ਬੜੇ ਚਿਰ ਤੋਂ ਰੱਖੀ ਹੋਈ ਹੈ ਇਸ ਮਸਲੇ ਦੇ ਉੱਤੇ ਆ ਕੇ। ਕੀ ਸੁਖਵੀਰ ਜੀ ਕਦੇ ਉਹਨਾਂ ਨੂੰ ਮਿਲਣ ਗਏ? ਕੀ ਇਹ ਕਦੇ ਭਾਈ ਗੁਰਬਖਸ਼ ਸਿੰਘ ਨੂੰ ਮਿਲੇ ਸੀ? ਉਹ ਤਾਂ ਅੰਬ ਸਾਹਿਬ ਵੀ ਬੈਠੇ ਸੀ ਨੇੜੇ ਹੀ। ਹੁਣ ਸਡਨਲੀ ਇਹਨਾਂ ਨੂੰ ਕਿਉਂ ਇੰਨਾ ਮੋਹ ਜਾਗ ਪਿਆ ਵੀ ਅਸੀਂ ਇਹ ਆਜ਼ਾਦ ਕਰਾਉਣੇ? ਹੁਣ ਜਦੋਂ ਇਹਨਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਤੇ ਇਹਨਾਂ ਨੂੰ ਇਹ ਮਸਲੇ ਸਡਨਲੀ ਯਾਦ ਆਏ। ਬੜੀ ਅਜੀਬ ਗੱਲ ਹੈ ਕਿ ਇੱਕ ਕੰਟਰਡਿਕਸ਼ਨ ਬੜੀ ਕਮਾਲ ਦੀ ਹੈ। ਕੱਲ ਸੁਖਵੀਰ ਜੀ ਜਦੋਂ ਜੀਰੇ ਕੋਟ ਤੋਂ ਬਾਹਰ ਗੱਲ ਕਰ ਰਹੇ ਸੀਗੇ, ਉਹਨਾਂ ਨੇ ਲਫ਼ਜ਼ ਇੱਕ ਵਰਤਿਆ, ਸੁਭਾਵਕ ਵਰਤਿਆ ਹੀ ਜਾਣਾ ਸੀਗਾ ਕਿਉਂਕਿ ਇਹਨਾਂ ਨੂੰ ਆਦਤ ਹੈ ਲਫ਼ਜ਼ ਵਰਤਣ ਦੀ।
ਉਹ ਕਹਿੰਦੇ ਵੀ ਗੈਂਗਸਟਰਾਂ ਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਹੁਣ ਦੀ ਜਿਹੜੀ ਸਿਚੁਏਸ਼ਨ ਹੈ ਉਹ ਟੈਰਰਿਜ਼ਮ ਡੇਜ਼ ਤੋਂ ਵੀ ਮਾੜੀ ਹੈ। ਲਫ਼ਜ਼ ਟੈਰਰਿਜ਼ਮ ਡੇਜ਼ ਵਰਤੇ। ਜੇ ਟੈਰਰਿਜ਼ਮ ਤੁਸੀਂ ਲਫ਼ਜ਼ ਵਰਤਣਾ ਹੈ ਉਸ ਸੰਘਰਸ਼ ਵਾਸਤੇ, ਜਿਨ੍ਹਾਂ ਦੇ ਜਿਹੜੇ ਬੰਦੀ ਹੈ ਤੁਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹੈ, ਫਿਰ ਤੁਸੀਂ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹੈ, ਸਿਆਸੀ ਕੈਦੀਆਂ ਦੀ ਮੰਗ ਕਰ ਰਹੇ ਹੈ। ਜੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹੈ ਫਿਰ ਤੁਸੀਂ ਮੰਨੋ ਕਿ ਜਿਹੜਾ ਉਹ ਸੰਘਰਸ਼ ਸੀ ਉਹ ਸਿਆਸੀ ਸੰਘਰਸ਼ ਸੀ। ਫਿਰ ਸੁਖਬੀਰ ਜੀ ਇਹਨੂੰ ਅੱਤਵਾਦ ਕਹਿਣਾ ਬੰਦ ਕਰ ਦੇਣ, ਫਿਰ ਕਹਿਣ ਵੀ ਖਾੜਕੂਵਾਸ। ਇਹ ਗੱਲ ਸਧਾਰਨ ਨਹੀਂ ਹੈ, ਇਹ ਪੂਰੇ ਪਾਰਟੀ ਦੇ ਨਜ਼ਰੀਏ ਦੀ ਗੱਲ ਹੈ। ਪਾਰਟੀ ਦਾ ਸ਼ਾਇਦ ਕਿਸੇ ਵੇਲੇ ਮਿਲੀਟੈਂਸੀ ਕਹਿੰਦੀ ਹੋਵੇ, ਲੇਕਿਨ ਇਹ ਪਰਿਵਾਰ ਨਹੀਂ ਕਹਿੰਦਾ ਸੀ। ਸੋ ਕੰਟਰਾਡਿਕਸ਼ਨਸ ਬੜੀਆਂ। ਜਦੋਂ ਮੈਂ ਕਹਿੰਦਾ ਕਿ ਸਡਨਲੀ ਇਹਨਾਂ ਨੂੰ ਯਾਦ ਆ ਗਿਆ, ਹੁਣ ਗੱਲ ਤਾਂ ਐਸਜੀਪੀਸੀ ਦੀ ਹੈ, ਐਸਜੀਪੀਸੀ ਦੇ ਸਾਹਮਣੇ ਏਜੰਡਾ ਆ ਗਿਆ ਕਿ ਐਸਜੀਪੀਸੀ ਨੂੰ ਵਰਤ ਕੇ ਇਹ ਪਰਿਵਾਰ, ਮੈਂ ਪਰਿਵਾਰ ਲਫ਼ਜ਼ ਵਰਤ ਰਿਹਾ ਵਾਰ-ਵਾਰ, ਆਪਣੇ ਰਿਵਾਈਵਲ ਚਾਹੁੰਦਾ। ਕਿਉਂਕਿ ਪਾਰਟੀ ਤਾਂ ਰਿਵਾਈਵ ਹੋ ਸਕਦੀ ਹੈ, ਉਹਦਾ ਤਰੀਕਾ ਹੋਰ ਹੈ। ਉਹ ਪਾਰਟੀ ਦਾ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਦੀ ਰਵਾਇਤ ਹੈ ਜੀ। ਪੰਥ ਨੇ ਵਾਰ-ਵਾਰ ਕੁਰਬਾਨੀ ਲਈ ਹੈ, ਗੁਰੂਆਂ ਨੇ ਪਰਿਵਾਰ ਬਾਰੇ। ਇਹ ਆਪਣੇ ਪਰਿਵਾਰ ਨੂੰ ਬਚਾਉਣ ਲੱਗੇ ਹੋਏ ਆ ਪੰਥ ਨੂੰ ਵੇਚ ਕੇ। ਉਲਟਾ ਹੋ ਗਿਆ ਸਾਰੀ ਗੱਲ। ਜਿਸ ਧਰਮ ਦਾ ਐਡਾ ਮਹਾਨ ਵਿਰਸਾ ਹੈ, ਜਿੱਥੇ ਗੁਰੂਆਂ ਨੇ ਆਪਣੇ ਪਰਿਵਾਰ ਵਾਰਤੇ, ਉੱਥੇ ਇੱਕ ਪਾਰਟੀ ਦਾ ਪ੍ਰਧਾਨ ਆਪਣੇ ਆਪ ਨੂੰ ਬਚਾਉਣ ਵਾਸਤੇ ਪੰਥ ਨੂੰ ਵਰਤ ਰਿਹਾ। ਜਿਹੜੀ ਗੱਲ ਜੀ 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 ਇਹ ਕੁਰਬਾਨ ਕਰ ਦੇਣ ਆਪਣੇ ਆਪ ਨੂੰ ਪੰਥ ਦੇ ਉੱਤੋਂ, ਘਰ ਬੈਠ ਜਾਣ ਤੇ ਪੰਥ ਰਿਵਾਈਵ ਹੋ ਜਾਏਗਾ। ਤੁਸੀਂ ਔਖਾ ਸਵਾਲ ਪਾ ਰਹੇ ਹੋ, ਔਖਾ ਸਵਾਲ ਪਾ ਰਹੇ ਹੋ। ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਫੈਸਲਾ ਨੋ ਡਾਊਟ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਅਜਲਾਸ ਬੁਲਾਉਣ ਤੋਂ ਪਹਿਲਾਂ ਦੀ ਜਿਹੜੀ ਪ੍ਰਕਿਰਿਆ ਸੀਗੀ 11 ਮੈਂਬਰੀ ਕਮੇਟੀ ਤੇ ਬਾਕੀ ਸਾਰੀ, ਉਹ ਵੀ ਤਾਂ ਇਹਨਾਂ ਦਾ ਬ੍ਰੇਨ ਚਾਈਲਡ ਸੀਗਾ। ਵੱਖਰੀ ਗੱਲ ਹੈ ਕਿ ਉਹ ਵੱਖਰੀ ਵਿਚਾਰਧਾਰਾਵਾਂ ਵਾਲੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਨਹੀਂ ਸੀ ਬਹਿਣਾ, ਉਹਨਾਂ ਦੇ ਆਪਣੇ ਸਿਆਸੀ ਹਿੱਤ ਵੀ ਸੀਗੇ, ਔਰ ਬੜੀ ਛੇਤੀ ਉਹ ਸਾਰੇ ਦਾ ਸਾਰਾ ਕੁਨਬਾ ਖਿੰਡ ਗਿਆ। ਇਸ ਵੇਲੇ ਜਿਸ ਤਰੀਕੇ ਨਾਲ ਬੀਜੇਪੀ ਨਾਲ ਇੱਕ ਖਾਸ ਤਰ੍ਹਾਂ ਦਾ ਟਕਰਾਅ ਚੱਲ ਰਿਹਾ, ਇਸ ਵੇਲੇ ਇਹਨਾਂ ਨੇ ਆਪਣੇ ਵੱਲੋਂ ਹੱਥ ਅੱਗੇ ਵਧਾਇਆ ਸੀਗਾ, ਲੇਕਿਨ ਮੈਨੂੰ ਲੱਗਦਾ ਉਹਨਾਂ ਨੇ ਹੱਥ ਬਹੁਤਾ ਫੜਿਆ ਨਹੀਂ ਘੁੱਟ ਕੇ। ਇਹ ਜਿਹੜੇ ਸਵਾਲ ਖੜੇ ਹੋ ਗਏ, ਜੇ ਸਿਗਨੇਚਰ ਮੁਹਿੰਮ ਅਸਰ ਕਰ ਸਕਦੀ ਤਾਂ ਫਿਰ ਤਾਂ ਸਿਗਨੇਚਰ ਤਾਂ ਬੜੀ ਵੱਡੀ ਪਟੀਸ਼ਨਾਂ ਤੇ ਹੋਈ ਜਾਂਦੇ ਆ ਜੀ। ਤੁਹਾਨੂੰ ਲੱਗਦਾ ਕਿ ਜਿੰਨਾ ਚਿਰ ਕੇਂਦਰ ਨੂੰ, ਕਿਉਂਕਿ ਉਹ ਵੀ ਸਿੱਖ ਪੋਲਿਟਿਕਸ ਕਰ ਰਹੇ ਆ, ਉਹ ਪੰਜਾਬ ਦੇ ਵਿੱਚ ਇਹਨਾਂ ਦੇ ਸਮਾਨਾਂਤਰ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਆਪਣੀ ਵਾਰਾਖਾਂਦੀ ਪੋਲਿਟਿਕਸ ਕਰਨਗੇ? ਮਨਜਿੰਦਰ ਸਿੰਘ ਸਿਰਸਾ ਤੋਂ ਲੈ ਕੇ ਬਾਕੀ ਲੋਕ ਜਿਹੜੇ ਪਲੈਨਿੰਗ ਕਰ ਰਹੇ ਆ, ਉਹ ਵੀ ਤਾਂ ਚਾਹਣਗੇ ਨਾ ਕਿ ਸਿੱਖ ਬੰਦੀ ਜੇ ਛੱਡਣੇ ਹੀ ਆ ਤੇ ਉਦੋਂ ਛੱਡੀਏ ਜਦੋਂ ਇਹਦਾ ਸ਼ਰੇਅ ਜਾਂ ਇਹਦਾ ਕ੍ਰੈਡਿਟ ਕਿਸੇ ਹੋਰ ਦੀ ਜੇਬ 'ਚ ਨਾ ਜਾਂਦਾ ਹੋਵੇ। ਇਹ ਜਿਹੜਾ ਇਜਲਾਸ ਵਾਲਾ ਇੱਕ ਤਰੀਕਾਕਾਰ ਅਪਣਾਇਆ ਗਿਆ, ਇਹਨੇ ਅਲਟੀਮੇਟ ਪੇ ਕਰਨਾ ਹੈ ਤੁਹਾਨੂੰ ਲੱਗਦਾ, ਜਾਂ ਕਿਧਰੇ ਫੇਰ ਇੱਕ ਵਾਰੀ ਜਿੱਦਾਂ ਬਾਉਂਸ ਬੈਕ ਹੁੰਦਾ? ਸਿਮਰਨਜੀਤ ਸਿੰਘ ਮਾਨ ਨੂੰ ਘਰ ਜਾ ਕੇ ਅਸੀਂ ਕਿਹਾ ਜੀ ਕਿ ਤੁਸੀਂ ਸਾਡੀ ਮਦਦ ਕਰੋ, ਤੇ ਉਹ ਸੀਟ ਜਿੱਤ ਕੇ ਲੈ ਗਏ ਵਿਰੋਧ ਕਰਕੇ। ਆਮ ਤੌਰ ਤੇ ਸਿਮਰਨਜੀਤ ਸਿੰਘ ਮਾਨ ਦੇਰ ਤੋਂ ਜਿੱਤੇ ਨਹੀਂ ਸੀ, ਤੇ ਐਤਕੀ ਉਹ ਵੱਡੇ ਪੰਥਕ ਵੀ ਹੋ ਗਏ। ਸੋ ਸਾਰੀ ਦ੍ਰਿਸ਼ ਨੂੰ ਇੱਕ ਵਾਰੀ ਤੁਸੀਂ ਕੰਪਾਈਲ ਕਰਿਓ ਜ਼ਰਾ। ਬੀਜੇਪੀ ਨੂੰ ਸਪੇਸ ਅਕਾਲੀ ਦਲ ਨੇ ਹੀ ਦਿੱਤੀ ਇੰਨੇ ਸਾਲ ਤੋਂ, ਹੁਣ ਉਹ ਆਪਣੇ ਪੈਰਾਂ ਤੇ ਖੜੇ ਹੋ ਰਹੇ। ਇਹ ਅਕਾਲੀ ਦਲ ਉਸ ਪ੍ਰੋਸੈਸ ਦੇ ਵਿੱਚ ਇੰਨਾ ਕਮਜ਼ੋਰ ਹੋ ਗਿਆ ਕਿ ਉਹਨਾਂ ਨੂੰ ਹੁਣ ਇਹਨਾਂ ਦੀ ਲੋੜ ਨਹੀਂ, ਤੇ ਉਹਨਾਂ ਨੂੰ ਇਹਨਾਂ ਦੀ ਅਸਲੀਅਤ ਵੀ ਪਤਾ ਹੈ। ਜੇ ਆਪਾਂ ਮੋਦੀ ਜੀ ਦੀਆਂ ਸਪੀਚਸ ਦੇਖੀਏ ਤੇ ਉਹ ਲਗਾਤਾਰ ਕਹਿ ਰਹੇ ਹੈ ਕਿ ਪਰਿਵਾਰਵਾਦ ਹਿੰਦੁਸਤਾਨ 'ਚੋਂ ਮੈਂ ਖਤਮ ਕਰਨਾ ਹੈ, ਤੇ ਅਕਾਲੀ ਦਲ ਵੀ ਤਾਂ ਪਰਿਵਾਰਵਾਦ ਦਾ ਸਿੰਬਲ ਹੈ ਨਾ। ਹੁਣ ਭਾਵੇਂ ਪਾਰਟੀ ਦਾ ਇਤਿਹਾਸ ਬਹੁਤ ਕਮਾਲ ਦਾ ਹੈ, ਉਹ ਕਾਂਗਰਸ ਦਾ ਵੀ ਹੈ। ਕਾਂਗਰਸ ਤੇ ਅਕਾਲੀ ਦਲ ਇਸ ਵੇਲੇ ਦੋਵਾਂ 'ਚ ਕੋਈ ਫਰਕ ਨਹੀਂ, ਦੋਵਾਂ ਦੀ ਲੀਡਰਸ਼ਿਪ ਪਾਰਟੀ ਨੂੰ ਫੇਲ ਕਰ ਰਹੀ ਹੈ। ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਬਦਲਣ ਦੀ ਲੋੜ ਹੈ, ਪਾਰਟੀਆਂ ਰਿਵਾਈਵ ਹੋ ਸਕਦੀਆਂ। ਦੋਵਾਂ ਦਾ ਬਹੁਤ ਕਮਾਲ ਦਾ ਵਿਰਸਾ ਹੈ। ਸੋ ਬੀਜੇਪੀ ਸਿਚੁਏਸ਼ਨ ਬਾਅਦ ਕਰਕੇ ਇਹ ਅਗਲਾ ਸਟੈਪ ਲਏਗੀ। ਆਪਾਂ ਪਿੱਛੇ ਥੋੜਾ ਜਿਹਾ ਝਾਤ ਮਾਰੀਏ, ਮੋਦੀ ਜੀ ਨੇ ਵਾਅਦਾ ਕੀਤਾ ਸੀ ਇੱਕ ਸਹੀ, ਤੇ ਸੈਂਟਰ ਗਵਰਨਮੈਂਟ ਨੇ ਕਿ ਅਸੀਂ ਇਹ ਲਿਸਟ ਵੀ ਰਿਲੀਜ਼ ਕੀਤੀ ਸੀ ਕਿ ਇਹ ਬੰਦੇ ਛੱਡੇ ਜਾ ਸਕਦੇ। ਹਮੇਸ਼ਾ ਹੀ ਸਰਕਾਰਾਂ ਇਹੋ ਜਿਹੇ ਫੈਸਲੇ ਉਦੋਂ ਕਰਦੀਆਂ ਜਦੋਂ ਉਹਨਾਂ ਨੂੰ ਕੋਈ ਸਿਆਸੀ ਗੇਨ ਹੋਵੇ। ਜਦੋਂ ਬੀਜੇਪੀ ਦੀ ਸਿਆਸਤ ਦੇ ਵਿੱਚ ਇਹ ਫਿੱਟ ਬੈਠੇਗਾ ਕਿ ਇਹਦਾ ਕ੍ਰੈਡਿਟ ਉਹਨਾਂ ਲੋਕਾਂ ਨੂੰ ਜਾਵੇ ਜਿਹੜੇ ਬੀਜੇਪੀ ਨੂੰ ਤਕੜਾ ਕਰ ਰਹੇ ਹੈ,
ਤੇ ਫਿਰ ਮੇਰੇ ਖਿਆਲ ਦੇ ਵਿੱਚ ਇਹ ਬੰਦੇ ਬਾਹਰ ਆ ਜਾਣਗੇ। ਸਾਰੇ ਸ਼ਾਇਦ ਨਹੀਂ ਆਉਣਗੇ, ਲੇਕਿਨ ਕੁਝ ਬਾਹਰ ਆ ਜਾਣਗੇ। ਵੈਸੇ ਉਹ ਬੀਜੇਪੀ ਨੇ ਆਪਣੀ ਟਾਈਮ ਮਾਰਕ ਕਰਨਾ ਹੈ। ਮੈਂ ਤੁਹਾਨੂੰ ਮਾਫੀ ਚਾਹੁੰਦਾ ਰੋਕਿਆ, ਪਰ ਮੇਰੇ ਕੋਲ ਜਿਹੜੀ ਖਬਰ ਸੀ ਅਰਸਾ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨੇ ਇਹ ਵਿਉਂਤ ਬਣਾਈ ਸੀਗੀ, ਔਰ ਬੀਜੇਪੀ ਦੀ ਲੀਡਰਸ਼ਿਪ ਨੂੰ ਭਰੋਸੇ 'ਚ ਲੈ ਕੇ, ਸ਼ਾਇਦ ਗ੍ਰਹਿ ਮੰਤਰੀ ਨੂੰ ਭਰੋਸੇ 'ਚ ਲੈ ਕੇ ਇਹਨਾਂ ਨੇ ਇੱਕ ਪਲੈਨਿੰਗ ਕੀਤੀ ਸੀਗੀ ਕੁਝ ਬੰਦੀ ਸਿੱਖਾਂ ਨੂੰ ਛੱਡਣ ਦੀ। ਕਰਨਾਟਕ ਗਵਰਨਮੈਂਟ ਨਾਲ ਇਹਨਾਂ ਦੀ ਗੱਲ ਕਾਫੀ ਅੱਗੇ ਚਲੇਗੀ ਸੀਗੀ। ਕਿਸ ਤਰੀਕੇ ਨਾਲ ਇਹਨਾਂ ਨੇ ਕੁਝ ਇੱਕ ਸਿੱਖਾਂ ਨੂੰ ਰਿਹਾ ਕਰਾ ਕੇ ਲਿਆਉਣਾ ਸੀ ਔਰ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਕਿਵੇਂ ਲੈ ਕੇ ਜਾਣਾ ਸੀ, ਇੱਥੋਂ ਤੱਕ ਦੀ ਪਲੈਨਿੰਗ ਹੋ ਗਈ ਸੀ। ਔਰ ਉਦੋਂ ਹੀ ਆਨਨ ਫਾਨਨ ਦੇ ਵਿੱਚ ਅਕਾਲੀ ਦਲ ਨੇ ਇਹ ਮਹਿਸੂਸ ਕੀਤਾ ਕਿ ਇਹ ਸਾਰਾ ਕ੍ਰੈਡਿਟ ਤਾਂ ਉਹ ਲੈ ਜਾਣਗੇ, ਸੋ ਇਹਨਾਂ ਨੇ ਉਨੇ ਹੀ ਜ਼ੋਰ ਨਾਲ ਜਾਂ ਉਸ ਤੋਂ ਜ਼ਿਆਦਾ ਜ਼ੋਰ ਨਾਲ ਇਹ ਮੰਗ ਉਠਾਉਣੀ ਸ਼ੁਰੂ ਕਰਤੀ ਬੰਦੀ ਸਿੱਖਾਂ ਵਾਲੀ, ਕਿਉਂਕਿ ਇਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਬੀਜੇਪੀ ਇਹ ਕਰਨ ਜਾ ਰਹੀ ਹੈ। ਲੇਕਿਨ ਬੀਜੇਪੀ ਹੱਥ ਘੁੱਟ ਜਾਂਦੀ ਹੈ, ਉਹ ਸਾਰੇ ਦਾ ਸਾਰਾ ਜਿਹੜਾ ਇਹਨਾਂ ਨੇ ਪੈਂਤੜਾ ਅਖਤਿਆਰ ਕੀਤਾ ਸੀ ਉਹ ਤੋਂ ਪਿੱਛੇ ਹਟ ਜਾਂਦੀ ਹੈ। ਉਹਨਾਂ ਨੇ ਇਹਦਾ ਕਈ ਜਗ੍ਹਾ ਤੇ ਗੱਲ ਚੱਲਦੀ ਹੈ ਕਿ ਜਿਹੜਾ ਕੰਮ ਉਦਾਂ ਹੋ ਜਾਣਾ ਸੀ ਇਹਨਾਂ ਦੇ ਵਿੱਚ ਆਉਣ ਨਾਲ ਰੁਕ ਗਿਆ। ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਸੂਚਨਾ ਹੈ ਜੀ? ਨਹੀਂ, ਸੂਚਨਾ ਮੇਰੇ ਕੋਲ ਨਹੀਂ ਹੈ। ਚਲੋ ਤੁਹਾਡੇ ਕੋਲ ਸੂਚਨਾ ਹੈਗੀ ਹੈ, ਵਧੀਆ ਗੱਲ ਹੈ। ਲੇਕਿਨ ਮੇਰੇ ਖਿਆਲ 'ਚ ਜੇ ਆਪਾਂ ਅਸੈਸ ਕਰੀਏ ਤੇ ਹੋਇਆ ਕੁਝ ਇਸ ਤਰ੍ਹਾਂ ਹੀ ਹੈ। ਜਦੋਂ ਇੱਕ ਇਸ਼ੂ ਪ੍ਰੈਸਿਪਿਟੇਟ ਹੋ ਰਿਹਾ ਸੀ, ਪੋਜ਼ਿਟਿਵ ਵਾਈਬ ਚਾਰੇ ਪਾਸੇ ਤੋਂ ਆ ਰਹੀਆਂ ਸੀਗੀਆਂ, ਕਿਉਂ ਬੀਜੇਪੀ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ। ਇੱਕ ਬੇਸਿਕ ਪ੍ਰਿੰਸੀਪਲ ਆਪਾਂ ਇਸ ਵੇਲੇ ਸਮਝ ਕੇ ਚੱਲੀਏ। ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਦੋਵੇਂ ਲੈਵਲ ਤੇ ਜਿਹੜੀ ਸੋਸ਼ਲ ਟੈਂਸ਼ਨ ਹਿੰਦੁਸਤਾਨ 'ਚ ਵਧੀ ਹੈ, ਇਹਦਾ ਨੋਟਿਸ ਚਾਰੇ ਪਾਸੇ ਲਿਆ ਜਾ ਰਿਹਾ। ਬੀਜੇਪੀ ਦੀ ਪ੍ਰੋਜੈਕਸ਼ਨ ਐਂਟੀ ਮਾਈਨੋਰਿਟੀਜ਼ ਹੋਈ ਹੈ ਪਿਛਲੇ ਕੁਝ ਸਾਲਾਂ 'ਚ, ਖਾਸ ਕਰਕੇ ਅਕਾਲੀਆਂ ਨੂੰ ਨਾਲ ਲਾਉਣ ਦਾ ਫਾਇਦਾ ਵੀ ਇਹੀ ਸੀ ਉਹਨਾਂ ਦਾ ਕਿ ਬੀਜੇਪੀ ਦੇ ਨਾਲ ਘੱਟੋ ਘੱਟ ਇੱਕ ਮਾਈਨੋਰਿਟੀ ਹੋਵੇ। ਹੁਣ ਬੀਜੇਪੀ ਸਿੱਧੇ ਤੌਰ ਤੇ ਸਿੱਖਾਂ ਨੂੰ ਆਪਣੇ ਨਾਲ ਲਾ ਰਹੀ ਹੈ ਔਰ ਸਿੱਖ ਲੀਡਰ ਜਾ ਰਹੇ ਹੈ। ਕਾਂਗਰਸ ਵਿੱਚੋਂ ਚਲੇ ਗਏ, ਕੁਝ ਅਕਾਲੀ ਦਲ ਵਿੱਚੋਂ ਚਲੇ ਗਏ ਔਰ ਕੁਝ ਜਾਣ ਨੂੰ ਤਿਆਰ ਬੈਠੇ। ਔਰ ਅਕਾਲੀ ਦਲ ਦੇ ਵਿੱਚੋਂ ਵੀ ਕੁਝ ਸੀਨੀਅਰ ਲੀਡਰ, ਜੇ ਸਿਚੁਏਸ਼ਨ ਇਹ ਰਹੀ, ਮੈਂ ਰੂਲ ਆਊਟ ਨਹੀਂ ਕਰਦਾ ਕੱਲ ਨੂੰ ਉਹ ਬੀਜੇਪੀ ਚਲੇ ਜਾਣ ਜੀ। ਸੋ ਉਹ ਇਸ ਵੇਲੇ ਆਪਣੀ ਪਾਰਟੀ ਤਕੜੀ ਕਰ ਰਹੇ ਹੈ। ਉਸ ਤਕੜਾ ਕਰਨ ਦੇ ਸਾਰੇ ਡਿਜ਼ਾਈਨ ਦੇ ਵਿੱਚ ਉਹ ਨੈਕਸਟ ਮੂਵ ਆਪਣਾ ਪੰਜਾਬ ਵਿੱਚ ਚੱਲਣਗੇ। ਮੇਰੇ ਖਿਆਲ ਦੇ ਵਿੱਚ ਜੇ ਇਹ ਜ਼ਿਆਦਾ ਰੌਲਾ ਨਾ ਪਾਉਂਦੇ ਤੇ ਹੁਣ ਤੱਕ ਗੱਲ ਉਹ ਸਿਰੇ ਲੱਗੀ ਹੋਣੀ ਸੀ। ਤੁਸੀਂ ਠੀਕ ਕਹਿ ਰਹੇ ਹੋ। ਇਹਦੇ ਤੋਂ ਇੱਕ ਕਦਮ ਗੱਲ ਹੋਰ ਅੱਗੇ ਸੀਗੀ, ਜੇ ਮੈਂ ਗਲਤ ਨਹੀਂ ਤਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਪਰਿਵਾਰ ਦੇ ਇੱਕ ਅਰਦਾਸ ਸਮਾਗਮ ਲਈ ਥੋੜੀ ਦੇਰ ਲਈ ਪੈਰੋਲ ਤੇ ਆਏ ਸੀਗੇ, ਤਾਂ ਉਹਨਾਂ ਕੋਲੋਂ ਇੱਕ ਚਿੱਠੀ ਲਿਖਵਾਈ ਗਈ ਸੀ ਔਰ ਉਹ ਕੇਂਦਰ ਦੇ ਕਿਸੇ ਦੂਤ ਨੇ, ਮੈਂ ਤਾਂ ਉਹ ਸਿੱਖ ਲੀਡਰ ਹੀ ਕਹੂੰਗਾ, ਜਦੋਂ ਇਸ ਤੋਂ ਪਹਿਲਾਂ ਉਹ ਭਾਰਤ ਦੇ ਸੰਵਿਧਾਨ ਵਿੱਚ ਯਕੀਨ ਨਾ ਰੱਖਣ ਜਾਂ ਕਿਸੇ ਤਰ੍ਹਾਂ ਦੀ ਅਪੀਲ ਰਿਕੁਐਸਟ ਕਰਨ ਦੇ ਖਿਲਾਫ ਸੀਗੇ, ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਪੱਤਰ ਇਸ ਤਰ੍ਹਾਂ ਦਾ ਵੀ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਜਿਸ ਕਾਨੂੰਨ ਨੇ ਸਜ਼ਾ ਦਿੱਤੀ ਹੈ ਮੈਂ ਉਸ 'ਚ ਯਕੀਨ ਕਰਦਾ। ਔਰ ਇਸ ਤਰ੍ਹਾਂ ਦੇ ਪੂਰੇ ਪ੍ਰਬੰਧ ਵੀ ਕਰ ਲਏ ਗਏ ਸੀ ਬੀਜੇਪੀ ਦੇ ਉਸ ਲੀਡਰ ਵੱਲੋਂ, ਜਿਹੜੇ 1 ਘੰਟੇ ਜਾਂ 1.5 ਘੰਟੇ ਦੀ ਪੈਰੋਲ ਦੇ ਦੌਰਾਨ ਹੋਏ। ਔਰ ਇਹ ਮੇਰੇ ਕੋਲ ਪੁਖਤਾ ਜਾਣਕਾਰੀ ਹੈ, ਮੇਰੇ ਕੋਲ ਕੁਝ ਸਤਰਾਂ ਵੀ ਸੀਗੀਆਂ। ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਹੈ ਕਿ ਕਈ ਵਾਰੀ ਕੁਝ ਹੋ ਰਹੇ ਕੰਮਾਂ 'ਚ ਅਸੀਂ ਵਿੱਚ ਸ਼ਾਮਲ ਹੋ ਕੇ ਉਹਨਾਂ ਕੰਮਾਂ ਨੂੰ ਰੋਕ ਲਈਏ, ਇਹ ਫਿਰ ਸਾਡੀ ਪੋਜ਼ਿਟਿਵਿਟੀ ਨਹੀਂ, ਸਾਡੇ ਤੇ ਖਿਲਾਫ ਚਲੇ ਜਾਂਦੀ ਜਦੋਂ ਇਹ ਚੀਜ਼ਾਂ ਬਾਹਰ ਆਉਂਦੀਆਂ ਨੇ। ਔਰ ਦੂਜੇ ਬੰਨੇ ਜੇਕਰ ਅੱਜ ਦੇ ਦਿਨ ਦੇ ਵਿੱਚ ਮੁੜ ਕੇ ਆਪਣੀ ਉਹ ਪ੍ਰਸੰਗਿਕਤਾ, ਆਪਣੀ ਉਹ ਸਾਰਥਿਕਤਾ ਬਹਾਲ ਕਰਨੀ ਹੋਵੇ, ਤੁਹਾਨੂੰ ਲੱਗਦਾ ਆਉਂਦੇ ਦਿਨਾਂ 'ਚ ਇਸੇ ਹੀ ਸੈਟਅਪ ਦੇ ਵਿੱਚ, ਇਸੇ ਲੀਡਰਸ਼ਿਪ ਨਾਲ ਇਹ ਸੰਭਵ ਹੋ ਪਾਏਗੀ ਜਦੋਂ ਲੋਕ ਵਿਸ਼ਵਾਸ ਕਰਨੋਂ ਘਟ ਗਏ? ਜਦੋਂ ਤੱਕ ਸੰਵਿਧਾਨ ਦੇ ਵਿੱਚ ਵਿਸ਼ਵਾਸ ਦੀ ਗੱਲ ਹੈ ਨਾ, ਇਹ ਬੜਾ ਕਮਾਲ ਦਾ ਮਸਲਾ ਹੈ ਸਿੱਖਾਂ ਦਾ। ਸਿੱਖ ਸ਼ੁਰੂ ਤੋਂ ਕਹਿੰਦੇ ਰਹੇ ਵੀ ਅਸੀਂ ਸਾਈਨ ਨਹੀਂ ਕੀਤੇ ਜੀ। ਜਿਹੜੇ ਅਕਾਲੀ ਦਲ ਦੇ 2 ਮੈਂਬਰ ਸੀ ਕੰਸਟੀਟਿਊਐਂਟ ਅਸੈਂਬਲੀ ਦੇ, ਉਹਨਾਂ ਨੇ ਸਾਈਨ ਨਹੀਂ ਸੀ ਕੀਤੇ, ਕਿਸੇ ਸਪੈਸੀਫਿਕ ਇਸ਼ੂ ਦਾ ਸਾਈਨ ਨਹੀਂ ਸੀ ਕੀਤੇ। ਇਹ ਨਹੀਂ ਕਿ ਸਾਰਾ ਸੰਵਿਧਾਨ ਰਿਜੈਕਟ ਕਰਤਾ ਸੀ ਜੀ। ਬਾਅਦ ਦੇ ਵਿੱਚ ਉਸੇ ਸੰਵਿਧਾਨ ਦੇ ਹੇਠ ਤਾਂ ਉਹਨਾਂ ਨੇ ਇਲੈਕਸ਼ਨ ਲੜੀ ਤੇ ਹੁਕਮ ਸਿੰਘ ਉਹ ਡਿਪਟੀ ਸਪੀਕਰ ਹੀ ਬਣੇ ਲੋਕ ਸਭਾ ਦੇ। ਮੈਂ ਸਰਦਾਰ ਮਾਨ ਦੀ ਗੱਲ ਕਰੂੰਗਾ, ਜਦੋਂ ਇਹ 85 ਤੋਂ ਬਾਅਦ ਜੇਲ੍ਹ ਦੇ ਵਿੱਚ ਸੀਗੇ ਤੇ ਇੱਕ ਜਰਨਲਿਸਟ ਨੇ ਇਹਨਾਂ ਦੀ ਇੰਟਰਵਿਊ ਕੀਤੀ ਸੀਗੀ ਤੇ ਇਹ ਕਹਿੰਦਾ ਵੀ ਮੇਰਾ ਤਾਂ ਜੀ ਕਰਦਾ ਤਿਰੰਗੇ ਨੂੰ ਸਲੂਟ ਮਾਰਨ ਦਾ। ਇੱਕ ਪਾਸੇ ਕਹਿ ਰਹੇ ਹੋ ਸਾਡਾ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਹੈ, ਦੂਜੇ ਪਾਸੇ ਸਲੂਟ ਮਾਰ ਦਿਓ।
ਅਕਾਲੀ ਦਲ ਸੈਕਸ਼ਨ 25 ਦੇ ਅਗੇਂਸਟ ਸੰਵਿਧਾਨ ਪਾੜਦਾ ਹੈ, ਸੈਕਸ਼ਨ 25 ਪਾੜਦਾ, ਅੱਗ ਲਾਉਂਦਾ, ਉਸੇ ਜੀ ਸੰਵਿਧਾਨ ਹੇਠ ਅਸੀਂ ਇਲੈਕਸ਼ਨ ਲੜਦੇ। ਮਾਨ ਸਾਹਿਬ ਵਾਰ-ਵਾਰ ਇਲੈਕਸ਼ਨ ਲੜਦੇ ਇਸੇ ਸੰਵਿਧਾਨ ਹੇਠ। ਸੋ ਇੱਕ ਵੈਸੇ ਹੀ ਨੈਰੇਟਿਵ ਬਿਲਡ ਕੀਤਾ ਸਿੱਖਾਂ ਨੇ ਵੀ ਸਾਡਾ ਵਿਸ਼ਵਾਸ ਹੈ ਜੀ, ਨਹੀਂ ਜੀ। ਜਿਹੜੇ ਬੰਦੇ ਸਿਸਟਮ 'ਚ ਆ ਜਾਂਦੇ ਹੈ ਤੇ ਉਹ ਸੰਵਿਧਾਨ ਨੂੰ ਸਾਰੇ ਹੀ ਮੰਨਣਗੇ, ਉਹ ਬਿਲਕੁਲ ਸਾਰੇ ਹੀ ਸਿਸਟਮ ਦੇ ਵਿੱਚ ਆਉਣ ਨੂੰ ਆਲਮੋਸਟ ਤਿਆਰ ਬੈਠੇ ਹੁੰਦੇ। ਜੇ ਪਿੱਛੇ ਸਾਰੀ ਝਾਤ ਮਾਰੀਏ, ਮੈਂ ਕਿਸੇ ਇੰਡੀਵਿਜੂਅਲ ਲੀਡਰ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਜੀ ਤੇ ਸਾਰਿਆਂ ਦਾ ਇਤਿਹਾਸ ਪਤਾ ਹੈ ਵਰਚੁਅਲੀ। ਸੋ ਇੱਕ ਪਬਲਿਕ ਪੋਸਚਰ ਲੈ ਲੈਂਦੇ ਵੀ ਸਾਡਾ ਵਿਸ਼ਵਾਸ ਨਹੀਂ ਹੈ ਜੀ, ਲੋਕ ਮੰਨ ਲੈਂਦੇ ਹੈ। ਚਲੋ ਇਹ ਉਹਨਾਂ ਦੇ ਆਪਣੇ ਮਸਲੇ ਹੈਗੇ ਹੈ, ਲੇਕਿਨ ਗੱਲ ਸੰਵਿਧਾਨ ਦੀ ਨਹੀਂ। ਇਸ਼ੂ ਇਹ ਹੈ ਕਿ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਹੈ, ਇਹ ਸੰਵਿਧਾਨ ਦੇ ਹੇਠ ਹੀ ਬਾਹਰ ਆਉਣੇ ਹੈ। ਬਿਲਕੁਲ ਜੇ ਇੱਕ ਪਾਸੇ ਕਹਿੰਦੇ ਹੈ ਵੀ ਸਾਡਾ ਸੰਵਿਧਾਨ ਦੇ ਵਿਸ਼ਵਾਸ ਨਹੀਂ ਹੈ, ਤਾਂ ਠੀਕ ਹੈ, ਫਿਰ ਜੇਲ੍ਹ 'ਚ ਬੈਠੇ ਰਹੋ ਨਾ। ਜੇ ਬਾਹਰ ਆਉਣਾ ਹੈ ਤਾਂ ਸੰਵਿਧਾਨ ਦੇ ਹੇਠ ਹੀ ਬਾਹਰ ਆਓ। ਅੱਛਾ, ਤੁਸੀਂ ਰਾਜਵਾਨਾ ਦੀ ਗੱਲ ਕੀਤੀ ਹੈ, ਮੈਂ ਹਾਂਜੀ ਉਸ ਕੰਟੈਕਸਟ 'ਚ ਗੱਲ ਕਰ ਰਿਹਾ। ਜੇ ਉਹਨਾਂ ਨੇ ਬਿਲਕੁਲ ਬਾਹਰ ਜੀ, ਆਉਣਾ ਹੈ ਨਾ, ਤੇ ਉਹ ਸੰਵਿਧਾਨ ਦੇ ਹੇਠ ਹੀ ਬਾਹਰ ਆਉਣਾ। ਉਹ ਲਿਖ ਸੰਵਿਧਾਨ ਕੇ ਦੇ ਦੇਣ ਜਾਂ ਤਹਿਤ ਨਾ ਹੀ ਦੇਣ। ਅੰਦਰ ਨੇ, ਸੰਵਿਧਾਨ ਦੇ ਜੇ ਤਹਿਤ ਹੀ ਅੰਦਰ ਨੇ। ਔਰ ਮੈਂ ਦੂਜੀ ਗੱਲ ਜਿਹੜੀ ਤੁਹਾਡੇ ਤੋਂ ਇਸੇ ਆਖਰੀ ਗੱਲ ਹੀ ਪੁੱਛਣਾ ਚਾਹੂੰਗਾ ਕਿ ਕੀ ਇਹਨੂੰ ਸਿਰਫ ਸਿਆਸੀ ਤੌਰ ਤੇ ਹੀ ਡਿਸਕਸ ਕੀਤਾ ਜਾਊਗਾ ਜਿਸ ਦਿਨ ਅਜਲਾਸ ਹੋਊਗਾ, ਜਾਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੀ ਪ੍ਰਾਵਧਾਨ ਚੈੱਕ ਕੀਤਾ ਜਾਊਗਾ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਖਲ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ? ਕੀ ਸ਼੍ਰੋਮਣੀ ਕਮੇਟੀ ਐਸਾ ਕੋਈ ਫੈਸਲਾ ਲੈ ਸਕਦੀ ਹੈ ਜਾਂ ਲੈਣਾ ਉਹਨਾਂ ਨੂੰ ਚਾਹੀਦਾ ਕਿ ਉਹ ਜਿਨ੍ਹਾਂ ਕੋਰਟਾਂ ਨੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਹੈ, ਉਹਨਾਂ ਕੋਰਟਾਂ ਦੇ ਵਿੱਚ ਜਾ ਕੇ ਉਹ ਸਜ਼ਾ ਪੂਰੀ ਹੋ ਜਾਣ ਦੀ ਐਪਲੀਕੇਸ਼ਨ ਦਾਇਰ ਕਰਕੇ ਉਹਨਾਂ ਦੀ ਰਿਹਾਈ ਦੀ ਮੰਗ ਕਰਨ? ਕੀ ਇਸ ਮੁੱਦੇ ਨੂੰ ਸਿਰਫ ਇੱਕ ਸਿਆਸੀ ਫੁੱਟਬਾਲ ਵਾਂਗ ਹੀ ਵਰਤਿਆ ਜਾਊਗਾ, ਜਾਂ ਇਹਦੀਆਂ ਟੈਕਨੀਕੈਲਿਟੀਜ਼ ਜਿਹੜੀਆਂ ਉਹ ਵੇਖ ਲੈਣੀਆਂ ਚਾਹੀਦੀਆਂ? ਕਿਉਂਕਿ ਵੱਡੇ ਵੱਡੇ ਸਿੱਖ ਵਕੀਲ ਵੀ ਆ, ਸਾਡੇ ਜੱਜ ਵੀ ਬਹੁਤ ਵੱਡੇ ਵੱਡੇ ਹੋਏ ਆ। ਕੀ ਉਹਨਾਂ ਲੋਕਾਂ ਦੀ ਵੀ ਇੱਕ ਕਮੇਟੀ ਬਣ ਜਾਣੀ ਚਾਹੀਦੀ ਆ ਸਲਾਹ ਦੇਣ ਲਈ ਕਿ ਇਹ ਬੰਦੇ ਆ ਤੇ ਇਹ ਮੁੱਦੇ ਆ ਤੇ ਤੁਸੀਂ ਜਾਣਕਾਰ ਹੋ, ਕਿ ਅਸੀਂ ਉਹਨਾਂ ਨੂੰ ਇੰਨੀ ਸਪੇਸ ਦੇਵਾਂਗੇ ਕਿ ਉਹ ਸਾਡੀ ਸਿੱਖ ਪੋਲਿਟਿਕਸ ਵਿੱਚ ਆ ਕੇ ਦਖਲ ਦੇ ਸਕਣ ਜਾਂ ਸਾਨੂੰ ਸਲਾਹ ਦੇ ਸਕਣ? ਅਕਾਲੀ ਕਦੇ ਸਿੱਖ ਵੀ ਲੈਣਗੇ ਜੀ ਇਸ ਤਰ੍ਹਾਂ ਦੀ ਕਿਸੇ ਕੋਲੋਂ ਗੱਲ? ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਦੀ ਕਮਿਟਮੈਂਟ ਕਿੰਨੀ ਕੁ ਹੈ। ਮੈਂ ਜਿਹੜਾ ਬੇਸਿਕ ਇਸ਼ੂ ਹੈ, ਮੈਂ ਉਹ ਪਹਿਲਾਂ ਉਹ ਐਡਰੈਸ ਕਰਨਾ ਚਾਹੂੰ। ਤੁਸੀਂ ਜਿਹੜੀ ਕਿਹਾ ਵੀ ਜੱਜਾਂ ਦੀ ਕਮੇਟੀ, ਆਪਣੇ ਰਿਟਾਇਰਡ ਜੱਜਾਂ ਦੀ ਕਮੇਟੀ, ਸੀਨੀਅਰ ਐਡਵੋਕੇਟਸ ਦੀ ਕਮੇਟੀ, ਇਹਨਾਂ ਦੀ ਆਪਣੀ ਕਮਿਟਮੈਂਟ ਕਿੰਨੀ ਕੁ ਹੈ? ਪਹਿਲੀ ਗੱਲ ਤਾਂ ਇਹ ਹੈ। ਜੀ ਜੇ ਆਪਣੀ ਕਮਿਟਮੈਂਟ ਪੋਲੀਟੀਕਲ ਲੈਵਲ ਤੇ ਹੀ ਹੈ ਕਿ ਅਸੀਂ ਪਾਰਟੀ ਰਿਵਾਈਵ ਕਰਨ ਵਾਸਤੇ ਇਹ ਕੰਪੇਨ ਲਾਂਚ ਕਰਨੀ ਹੈ, ਤੇ ਫਿਰ ਕੋਈ ਇਹਨਾਂ ਦਾ ਸਾਥ ਕਿਉਂ ਦੇਗਾ? ਬਿਲਕੁਲ ਇਹ ਇਸ ਵੇਲੇ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਬਾਦਲ ਪਰਿਵਾਰ ਨੂੰ ਥਰੂ SGPC ਰਿਵਾਈਵ ਕਿਵੇਂ ਕਰਨਾ ਹੈ। ਜੇ ਗੱਲ ਇੱਥੇ ਹੀ ਆ ਕੇ ਖਤਮ ਹੋ ਜਾਣੀ ਹੈ ਤੇ ਬਾਕੀ ਇਸ਼ੂ ਐਡਰੈਸ ਨਹੀਂ ਕਰਨੇ, ਤੇ ਇਸ ਐਕਸਰਸਾਈਜ਼ ਦਾ ਮੇਰੇ ਖਿਆਲ ਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਇਹ SGPC ਅਲਟੀਮੇਟਲੀ ਫੈਸਲਾ ਕਰੇ। SGPC ਅਕਾਲੀ ਦਲ ਦੀ ਮਦਰ ਬਾਡੀ ਹੈ। ਅਕਾਲੀ ਦਲ ਬਣਾਇਆ ਹੀ SGPC ਨੇ ਸੀ, ਤੇ ਵੱਡੇ ਸੰਘਰਸ਼ ਸਾਰੇ ਪਹਿਲਾਂ SGPC ਦੀ ਕਮਾਂਡ ਹੇਠ ਹੀ ਲੜੇ ਗਏ ਸੀ ਕਿਸੇ ਵੇਲੇ। ਕਿ ਹੁਣ ਦੀ SGPC ਦੀ ਲੀਡਰਸ਼ਿਪ ਦੀ ਇਹ ਕੈਪੈਸਿਟੀ ਹੈ? ਕੁਐਸਚਨ ਮਾਰਕ ਹੈ। ਗੁਰਚਰਨ ਸਿੰਘ ਟੌੜਾ ਤੋਂ ਬਾਅਦ SGPC ਦੀ ਲੀਡਰਸ਼ਿਪ ਲਗਾਤਾਰ ਬਹੁਤ ਕਮਜ਼ੋਰ ਲੈਵਲ ਤੇ ਸਾਹਮਣੇ ਆਈ ਹੈ। ਸੋ ਜਿਹੜਾ ਇਹਨਾਂ ਦਾ ਰੋਲ ਸੀ ਪੁਰਾਣਾ, ਉਹ ਬਹੁਤ ਹੀ ਡਾਇਲੂਟ ਹੋ ਚੁੱਕਿਆ। ਸੋ ਇਸ ਕੰਟੈਕਸਟ ਦੇ ਵਿੱਚ ਸਾਨੂੰ ਦੇਖਣਾ ਪਏਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਇਹ ਕਿੰਨੀ ਕੁ ਤਕੜੀ ਮੁਹਿੰਮ ਚਲਾ ਸਕਦੇ ਆ। ਬਿਲਕੁਲ ਠੀਕ ਹੈ। ਔਰ ਇਹ ਵੀ ਇੱਕ ਪਹਿਲੂ ਆ ਕਿ ਕੀ ਅਸੀਂ ਲੀਡਰਸ਼ਿਪ ਜਾਣ ਬੁੱਝ ਕੇ ਉਹੀ ਅੱਗੇ ਵਧਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਤਾਂ ਕਿ ਸਮਾਨਾਂਤਰਿਕ ਪਾਵਰ ਸੈਂਟਰ ਨਾ ਬਣ ਸਕੇ। ਪਹਿਲਾਂ ਇੱਕ ਪੈਰਲਲ ਪਾਵਰ ਸੈਂਟਰ ਟੌੜਾ ਦੇ ਰੂਪ ਦੇ ਵਿੱਚ ਮਸਾਂ ਹੀ ਅਸੀਂ ਪਾਸੇ ਕੀਤਾ, ਔਰ ਹੁਣ ਅੱਗੇ ਹਮੇਸ਼ਾ ਇਹ ਚੂਜ਼ ਕੀਤਾ ਜਾਂਦਾ ਹੈ ਕਿ ਕਿਹੜਾ ਵਿਅਕਤੀ ਸਾਡੀ ਗੱਲ ਦੇ ਅਨੁਸਾਰ ਚੱਲੇ। ਇਹ ਵੀ ਇੱਕ ਪਹਿਲੂ ਆ। ਦੂਜੇ ਬੰਨੇ ਇੱਕ ਆਖਰੀ ਗੱਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜਿਵੇਂ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਨੂੰ ਉਮੀਦਵਾਰ ਬਣਾਇਆ ਔਰ ਉਹਦੇ ਖਿਲਾਫ ਮੈਂਡੇਟ ਗਿਆ, ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਬੰਦੀ ਸਿੱਖਾਂ ਦੇ ਮੁੱਦੇ ਨੂੰ, ਜਿਹਦੇ ਉੱਤੇ ਸਾਰੀ ਇਲੈਕਸ਼ਨ ਲੜੀ ਗਈ, ਲੋਕ ਸਮਰਥਨ ਨਾ ਮਿਲਣ ਦੀ ਗੱਲ, ਇਹ ਵੀ ਤਾਂ ਉੱਭਰਦੀ ਕਿਤੇ ਕਿਤੇ। ਸਿਮਰਨਜੀਤ ਸਿੰਘ ਮਾਨ ਜਿੱਤ ਆਉਂਦੇ ਆ, ਭਾਵੇਂ ਉਹ ਸਿੱਖ ਆਗੂ ਵਜੋਂ ਜਿੱਤਦੇ ਆ,
ਗਰਮ ਖਿਆਲੀ ਵਜੋਂ ਜਿੱਤਦੇ ਆ। ਲੇਕਿਨ ਭਾਈ ਰਾਜੋਆਣਾ ਦੀ ਭੈਣ ਦਾ ਹਰ ਜਾਣਾ ਔਰ 5ਵੇਂ ਨੰਬਰ ਤੇ ਈਵਨ ਜ਼ਮਾਨਤ ਜ਼ਬਤ ਹੋ ਜਾਣ ਦਾ ਮਾਮਲਾ, ਇਹ ਕਿਤੇ-ਕਿਤੇ ਜਾ ਕੇ ਅੱਗੇ ਇਸ ਮਾਮਲੇ ਨੂੰ ਕਮਜ਼ੋਰ ਕਰ ਦਿੰਦਾ ਜੀ। ਜਦੋਂ ਇਸ ਬੀਬਾ ਨੂੰ ਕੈਂਡੀਡੇਟ ਬਣਾਇਆ ਸੀ ਅਕਾਲੀ ਦਲ ਨੇ, ਇਹ ਗੱਲ ਉਦੋਂ ਵੀ ਚੱਲੀ ਸੀ ਕਿ ਜੇ ਬੀਬਾ ਜੀ ਹਾਰ ਗਏ ਤੇ ਇਹ ਜਿਹੜਾ ਇਸ਼ੂ ਬੇਸਿਕ ਹੈਗਾ ਬੰਦੇ ਸਿੰਘਾਂ ਦਾ, ਇਹ ਕਿੰਨਾ ਕਮਜ਼ੋਰ ਹੋਏਗਾ। ਉਹ ਸਿਰਫ ਹਾਰੇ ਹੀ ਨਹੀਂ, ਸਭ ਤੋਂ ਘੱਟ ਵੋਟਾਂ ਮਿਲੀਆਂ, ਬੀਜੇਪੀ ਤੋਂ ਵੀ ਘੱਟ ਵੋਟਾਂ ਮਿਲੀਆਂ। ਨਮੋਸ਼ੀ ਦੀ ਗੱਲ ਇਹ ਹੈ। ਜੀ ਸੋ ਇਹਨਾਂ ਕੋਲ ਜੇ ਉਸ ਲੈਵਲ ਤੇ ਦੇਖੀਏ, ਸੰਗਰੂਰ ਦੀ ਇਲੈਕਸ਼ਨ ਨੇ ਪ੍ਰੂਵ ਕਰਤਾ ਕਿ ਇਹਨਾਂ ਕੋਲ ਬੰਦੇ ਸਿੰਘਾਂ ਨੂੰ ਰਿਹਾ ਕਰਾਉਣ ਦਾ ਮੈਂਡੇਟ ਨਹੀਂ ਹੈ। ਉਹ ਮੈਂਡੇਟ ਕਿਹਦੇ ਕੋਲ ਹੈ? ਇਹਨਾਂ ਨਾਲੋਂ ਜ਼ਿਆਦਾ ਜੇ ਵੋਟ ਬੀਜੇਪੀ ਨੂੰ ਮਿਲੀ ਹੈ ਤੇ ਫਿਰ ਗੱਲ ਕਿੱਥੇ ਖੜੀ ਆ ਕੇ? ਬਿਲਕੁਲ। ਸੋ ਇਹਨਾਂ ਨੇ ਜਿਸ ਢੰਗ ਨਾਲ ਇਹ ਇਸ਼ੂ ਟੇਕਅਪ ਕੀਤਾ, ਇਹਨਾਂ ਨੇ ਉਹਨਾਂ ਦਾ ਕੇਸ ਕਮਜ਼ੋਰ ਕੀਤਾ ਹੈ। ਤੇ ਦੂਜੀ ਗੱਲ ਜਿਹੜੀ ਮੈਂ ਨਾਲ ਹੋਰ ਕਲੀਅਰ ਕਰਦਾ, ਟੌੜਾ ਸਾਹਿਬ ਲਾਸਟ ਸਟਾਲਵਾਰਡ ਸੀ। ਉਸ ਤੋਂ ਪਹਿਲਾਂ ਜਿੰਨੇ ਪ੍ਰਧਾਨ ਰਹੇ ਐਸਜੀਪੀਸੀ ਦੇ, ਸਾਰੇ ਹੀ ਵੱਡੇ ਲੋਕ ਸੀ, ਉਹ ਅਖੀਰਲੇ ਸੀ। ਸੋ ਪੈਰਲਲ ਪਾਵਰ ਸੈਂਟਰ ਨਹੀਂ ਸੀ, ਇਹ ਪੁਰਾਣੇ ਜਥੇਦਾਰ ਸੀ। ਮਾਸਟਰ ਤਾਰਾ ਸਿੰਘ, ਖੜਕ ਸਿੰਘ, ਗੁਰਚਰਨ ਸਿੰਘ ਟੌੜਾ, ਕਿੰਨੇ ਨਾਂ ਲੈ ਲਓ ਤੁਸੀਂ, ਇਹ ਬਹੁਤ ਵੱਡੇ ਲੋਕ ਸੀਗੇ ਜਿਨ੍ਹਾਂ ਨੂੰ ਪੰਥ ਦੀ ਸਮਝ ਸੀ। ਗੁਰਚਰਨ ਸਿੰਘ ਟੌੜਾ ਪੈਰਲਲ ਪਾਵਰ ਸੈਂਟਰ ਸੀ, ਤੇ ਜਦੋਂ ਇਸ ਦੁਨੀਆ ਚੋਂ ਗਏ ਤੇ ਉਹਨਾਂ ਦਾ ਘਰ ਤਾਂ ਸ਼ਤੀਰਾਂ ਵਾਲੀ ਛੱਤ ਦਾ ਸੀਗਾ। ਬਿਲਕੁਲ। ਜਿਹਦੇ ਇੱਕ ਇੱਟ ਵੀ ਨਵੀਂ ਲੱਗੀ ਸੀ ਨਹੀਂ ਸੀ ਲੱਗੀ। ਜਿਸ ਬੰਦੇ ਨੇ 27 ਸਾਲ ਪ੍ਰਧਾਨਗੀ ਕੀਤੀ ਹੋਵੇ ਤੇ ਉਹਦਾ ਘਰ ਪੁਰਾਣੇ ਸਟਾਈਲ ਦਾ ਹੋਵੇ, ਇਹ ਸੋਚਿਆ ਜਾ ਸਕਦਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਸੋ ਉਹਨਾਂ ਲੋਕਾਂ ਦੀ ਕੁਰਬਾਨੀਆਂ ਸੀ। ਠੀਕ ਹੈ ਤੁਹਾਡੀ ਗੱਲ, ਪਰ ਹੁਣ ਉਹੋ ਜਿਹੇ ਲੀਡਰਾਂ ਦੀ ਬਹੁਤ ਘਾਟ ਹੈ। ਇੱਥੇ ਹੀ ਸਾਰੀ ਗੱਲ ਫਸੀ ਹੋਈ ਹੈ। ਬਿਲਕੁਲ। ਔਰ ਇਹ ਵੀ ਗੱਲ ਹੈ ਕਿ ਗੁਰਚਰਨ ਸਿੰਘ ਟੌੜਾ ਭਾਵੇਂ ਉਹ ਡਾਇਰੈਕਟ ਪੋਲਿਟਿਕਸ ਵਿੱਚ, ਜਿਹੜੀ ਸੱਤਾ ਦੀ ਪੋਲਿਟਿਕਸ ਹੈ ਗਵਰਨਮੈਂਟ ਦੇ ਨਜ਼ਰੀਏ, ਉਹਦੇ ਚ ਨਹੀਂ ਸੀਗੇ, ਪਰ ਹਿੱਸਾ ਬਣਾ ਲੈਂਦੇ ਸੀ। ਇਹ ਦਰਦ ਵੀ ਭਾਰੀ ਰਿਹਾ ਔਰ ਇਹ ਦਰਦ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਵੀ ਪਿਆ। ਉਹਨਾਂ ਨੂੰ ਹਾਸ਼ੀਏ ਤੇ ਧੱਕਿਆ ਗਿਆ, ਪਰ ਫਿਰ ਉਸ ਅਗਲੀ ਹਾਰ ਤੋਂ ਬਾਅਦ ਉਹਨਾਂ ਨੂੰ ਲਿਆਂਦਾ ਗਿਆ, ਕਿਉਂਕਿ ਪੰਥਕ ਅਪਰੋਚ ਬੜੀ ਜ਼ਰੂਰੀ ਸੀਗੀ, ਜਿਹੜੀ ਹੁਣ ਆ ਕੇ ਬਿਲਕੁਲ ਦਰਕਨਾਰ ਕਰਤੀ ਗਈ ਜਾਂ ਉਹਨੂੰ ਬਿਲਕੁਲ ਛੱਡਤਾ ਗਿਆ। ਤੁਸੀਂ ਠੀਕ ਕਹਿੰਦੇ ਹੋ ਕਿ ਤੁਸੀਂ ਆਪਣਾ ਆਧਾਰ ਗਵਾ ਕੇ ਕਿੱਥੇ ਖੜੇ ਹੋਵੋਗੇ। ਲਾਸਟ ਟਿੱਪਣੀ ਦੇ ਦਿਓ ਬਸ। ਪਿਛਲੇ 50 ਸਾਲ ਦਾ ਜੇ ਆਪਾਂ ਸਿੱਖ ਇਤਿਹਾਸ ਚੱਕੀਏ ਤੇ ਦੋ ਬੰਦਿਆਂ ਦੇ ਨਾਂ ਇਤਿਹਾਸ ਵਿੱਚ ਜਾਂਦੇ ਆ। ਨੰਬਰ 1 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਹਨਾਂ ਦਾ ਮੈਮੋਰੀਅਲ ਹੈ ਦਰਬਾਰ ਸਾਹਿਬ ਦੇ ਵਿੱਚ। ਦੂਸਰਾ ਜਥੇਦਾਰ ਗੁਰਚਰਨ ਸਿੰਘ ਟੌੜਾ। ਉਹ ਤੀਜਾ ਨਾਂ ਕਢਾ ਦਿਓ। ਅਕਾਲੀ ਦਲ ਦੇ ਜਿੰਨੇ ਇੰਪੋਰਟੈਂਟ ਡਾਕੂਮੈਂਟ ਹੈ, ਖਾਸ ਕਰਕੇ 1975 ਤੋਂ ਬਾਅਦ, ਉਹਨਾਂ ਤੇ ਜਿਹੜੀ ਛਾਪ ਹੈ ਉਹ ਗੁਰਚਰਨ ਸਿੰਘ ਟੌੜਾ ਦੀ ਹੈ ਜੀ। ਅਨੰਦਪੁਰ ਸਾਹਿਬ ਦੇ ਮਤੇ ਤੋਂ ਬਾਅਦ ਜਿੰਨੇ ਡਾਕੂਮੈਂਟਸ ਆਉਂਦੇ ਹੈ ਉਹ ਉਹਨਾਂ ਦੀ ਦੇਣ ਹੈ। ਸਿੱਖ ਐਜ਼ ਅ ਸੈਪਰੇਟ ਨੇਸ਼ਨ 1979 ਪੰਜਨ ਪਾਥੀ ਪ੍ਰੋਗਰਾਮ ਚੱਕ ਲਓ, ਇਹਨਾਂ ਦੀ ਤੁਹਾਨੂੰ ਦੇਣ ਪਤਾ ਲੱਗ ਜਾਏਗੀ। ਕਿਸੇ ਹੋਰ ਲੀਡਰ ਦੇ ਨਾਂ ਤੇ ਉਹ ਇਹੋ ਜਿਹੇ ਕੋਈ ਇਤਿਹਾਸ ਦਿਖਾ ਦਿਓ, ਮੇਰੇ ਖਿਆਲ 'ਚ ਨਹੀਂ ਹੈ। ਸੋ ਜਿਨ੍ਹਾਂ ਲੋਕਾਂ ਦੀ ਦੇਣ ਹੈ ਉਹ ਇਗਨੋਰ ਨਹੀਂ ਕੀਤੀ ਜਾ ਸਕਦੀ। ਇਸੇ ਨੋਟ ਤੇ ਮੈਨੂੰ ਲੱਗਦਾ ਅਸੀਂ ਇਸ ਗੱਲਬਾਤ ਨੂੰ ਵਿਰਾਮ ਦਿੰਦੇ ਹਾਂ। ਬਹੁਤ ਮਿਹਰਬਾਨੀ। ਥੈਂਕ ਯੂ।